ਅੱਜ ਦਾ ਵੀਡੀਓ ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਲੈਸਨ 7ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। ਅੱਜ ਦੇ ਇਸ ਲੈਸਨ ਦੇ ਵਿੱਚ ਅਸੀਂ ਜਿਹੜਾ ਬਾਈ ਮੰਥਲੀ ਸਾਡਾ ਸਤੰਬਰ ਟੈਸਟ ਹੋਣ ਜਾ ਰਿਹਾ ਹੈ ਪੈਸ ਦਾ ਪੰਜਾਬ ਅਚੀਵਮੈਂਟ ਸਰਵੇ, तो ਉਹਦੇ ਵਿੱਚ ਜਿਹੜਾ ਸਾਨੂੰ ਟੈਸਟ ਹੋਏਗਾ ਉਹਦਾ ਸੈਂਪਲ ਪੇਪਰ ਅਸੀਂ ਮੈਥ ਦਾ ਗਣਿਤ ਦਾ ਜਿਹੜਾ ਹੈ 7ਵੀਂ ਕਲਾਸ ਦਾ ਅੱਜ ਦੇ ਇਸ ਵੀਡੀਓ ਲੈਸਨ ਦੇ ਵਿੱਚ ਸੋਲਵ ਕਰਾਂਗੇ। ਠੀਕ ਹੈ, तो सैंपल पेपर ਦੇ ਵਿੱਚ टोटल ਸਾਡੇ ਕੋਲ ਜਿਹੜੇ ਜਿਸ ਤਰ੍ਹਾਂ ਦਾ ਪੇਪਰ ਸਾਨੂੰ ਆਉਣਾ ਹੈ, ਠੀਕ ਹੈ 21 ਤੋਂ ਡੇਟ ਸ਼ੀਟ ਜਿਹੜੀ ਉਹ ਸਾਡੀ ਆਈ ਹੋਈ ਹੈ ਤੇ ਉਸ ਤੋਂ ਐਗਜ਼ਾਮ ਜਿਹੜੇ ਸਾਡੇ ਸਟਾਰਟ ਹੋ ਜਾਣੇ। तो सैंपल पेपर एक ਅਸੀਂ ਕਰਾਂਗੇ ਮੈਥ ਦਾ, ਜਿਸ ਤਰ੍ਹਾਂ ਦਾ ਪੇਪਰ ਸਾਨੂੰ ਪੁੱਛਿਆ ਜਾਣਾ, ਜਿਸ ਤਰ੍ਹਾਂ ਦਾ ਪੇਪਰ ਤੁਹਾਨੂੰ ਡੇਟ ਸ਼ੀਟ ਦੇ ਵਿੱਚ ਜਿਸ ਦਿਨ ਵੀ ਤੁਹਾਡਾ ਪੇਪਰ ਹੈ ਉਸ ਦਿਨ ਜਿਹੜਾ ਤੁਹਾਨੂੰ ਕਰਨ ਵਾਸਤੇ ਭੇਜਿਆ ਜਾਏਗਾ। ਠੀਕ ਹੈ, तो ਉਹਦੇ ਵਿੱਚ ਟੋਟਲ ਜਿਹੜੇ 20 ਕੁਐਸਚਨਸ ਹੈਗੇ, तो ਇੱਕ ਇੱਕ ਕੁਐਸਚਨ ਕਰਕੇ ਆਪਾਂ ਹਰ ਇੱਕ ਕੁਐਸਚਨ ਨੂੰ ਜਿਹੜਾ ਬੜੇ ਧਿਆਨ ਦੇ ਨਾਲ ਸਮਝਣਾ ਹੈ ਤੇ ਕਰਨਾ ਹੈ। ਅੱਜ ਦੀ ਇਹ ਵੀਡੀਓ, ਇਹ ਵਾਲਾ ਵੀਡੀਓ ਲੈਸਨ ਤੁਹਾਡੀ ਬਹੁਤ ਹੈਲਪ ਕਰੇਗਾ ਸਤੰਬਰ ਐਗਜ਼ਾਮ ਦੇ ਵਿੱਚ। ਠੀਕ ਹੈ, तो ਅੱਜ ਅਸੀਂ ਆਪਣੀ ਜਿਹੜੀ ਦੁਹਰਾਈ ਕਰਨੀ ਹੈ ਪੂਰੇ ਸਿਲੇਬਸ ਦੀ ਉਹ ਅਸੀਂ ਕੁਐਸਚਨਸ ਦੇ ਥਰੂ ਕਰਾਂਗੇ। ਇੱਕ ਇੱਕ ਕੁਐਸਚਨ ਜਿਹੜਾ ਬਹੁਤ ਚੰਗੇ ਢੰਗ ਦੇ ਨਾਲ ਆਪਾਂ ਸਮਝਣ ਦਾ ਯਤਨ ਕਰਨਾ ਹੈ। ਠੀਕ ਹੈ ਵਿਦਿਆਰਥੀਓ, तो ਦੇਖਦੇ ਹਾਂ ਅੱਜ ਦਾ ਸਭ ਤੋਂ ਪਹਿਲਾ ਸਵਾਲ। ਸੈਂਪਲ ਪੇਪਰ ਇਹ ਸਾਡੇ ਕੋਲ ਹੈ 7ਵੀਂ ਕਲਾਸ ਦਾ। ਮੈਕਸਿਮਮ ਮਾਰਕਸ ਜਿਹੜੇ ਸਾਡੇ ਕੋਲ 40 ਮਾਰਕਸ ਨੇ। ਈਚ ਕੁਐਸਚਨ ਕੈਰੀਜ਼ 2 ਮਾਰਕਸ। ਆਲ ਕੁਐਸਚਨਸ ਆਰ ਕੰਪਲਸਰੀ। ਹਰੇਕ ਪ੍ਰਸ਼ਨ ਦੇ 2 ਅੰਕ ਨੇ ਤੇ ਹਰ ਇੱਕ ਪ੍ਰਸ਼ਨ ਜਿਹੜਾ ਕਰਨਾ ਬਹੁਤ ਜ਼ਰੂਰੀ ਹੈ। ਠੀਕ ਹੈ, ਕੋਈ ਵੀ ਪ੍ਰਸ਼ਨ ਇਹਦੇ ਵਿੱਚ ਆਪਾਂ ਛੱਡਣਾ ਨਹੀਂ ਹੈਗਾ। ਪਹਿਲਾ ਸਵਾਲ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਦਸ਼ਮਲਵ ਪਿੰਨ 12.35 ਨੂੰ ਪ੍ਰਤੀਸ਼ਤ ਵਿੱਚ ਬਦਲੋ। ਕਨਵਰਟ ਡੈਸੀਮਲ ਫ੍ਰੈਕਸ਼ਨ 12.35 ਇਨਟੂ ਪਰਸੈਂਟੇਜ। ਠੀਕ ਹੈ, ਸਾਡੇ ਕੋਲ ਆਪਸ਼ਨਸ ਜਿਹੜੀਆਂ ਦਿੱਤੀਆਂ ਹੋਈਆਂ ਨੇ 4। ਹਰ ਇੱਕ ਸਵਾਲ ਦੇ ਵਿੱਚ ਤੁਹਾਨੂੰ 4 ਹੀ ਵਿਕਲਪ ਜਿਹੜੇ ਦਿੱਤੇ ਹੋਣਗੇ, ਉਹਦੇ ਵਿੱਚੋਂ ਜਿਹੜਾ ਸਹੀ ਹੈ ਉਹਨੂੰ ਅਸੀਂ ਮਾਰਕ ਕਰਾਂਗੇ ਜਦੋਂ ਵੀ ਅਸੀਂ ਜਿਹੜਾ ਪੇਪਰ ਹੈ ਟੈਸਟ ਹੈ ਜਿਹੜਾ ਉਹ ਅਟੈਂਪਟ ਕਰਨਾ ਹੈ। ਠੀਕ ਹੈ, ਪਹਿਲਾਂ ਵੀ ਤੁਸੀਂ ਪੈਸ ਦੇ ਟੈਸਟ ਜਿਹੜੇ ਉਹ ਦੇ ਚੁੱਕੇ ਹੋ। तो ਦਸ਼ਮਲਵ ਪਿੰਨ 12.35 ਹੈ, तो ਇਹਨੂੰ ਅਸੀਂ ਰਫ ਦੇ ਵਿੱਚ ਹੱਲ ਕਰ ਲਾਂਗੇ ਤੇ ਇਹਦੇ ਵਿੱਚੋਂ ਜਿਹੜਾ ਵੀ ਆਨਸਰ ਹੋਇਆ ਉਹ ਆਪਾਂ ਮਾਰਕ ਕਰਾਂਗੇ। ਠੀਕ ਹੈ, 12.35 ਨੂੰ ਅਸੀਂ ਬਦਲਣਾ ਹੈ ਪ੍ਰਤੀਸ਼ਤ ਦੇ ਵਿੱਚ। तो ਪ੍ਰਤੀਸ਼ਤ ਦੇ ਵਿੱਚ ਬਦਲਣ ਦੇ ਲਈ ਪਹਿਲਾਂ ਤਾਂ ਇਹਨੂੰ ਦਸ਼ਮਲਵ ਅਸੀਂ ਅਗਰ ਹਟਾਈਏ ਤਾਂ ਇੱਕ ਦੇ ਪੁਆਇੰਟ ਤੋਂ ਬਾਅਦ ਸਾਡੇ ਕੋਲ 3 ਡਿਜਿਟ ਹੈਗੇ ਆ, ਤਾਂ ਇਹਦਾ ਮਤਲਬ ਥੱਲੇ ਸਾਡੇ ਕੋਲ ਇੱਕ ਦੇ ਨਾਲ 2 ਜ਼ੀਰੋ ਪੁਆਇੰਟ ਤੋਂ ਬਾਅਦ ਸਾਡੇ ਕੋਲ 2 ਡਿਜਿਟ ਹੈਗੇ, ਦਸ਼ਮਲਵ ਤੋਂ ਬਾਅਦ 2 ਅੰਕ ਨੇ। तो ਹੇਠਾਂ 0 ਦੇ ਇੱਕ ਦੇ ਨਾਲ 2 ਜ਼ੀਰੋਆਂ ਜਿਹੜੀਆਂ ਅਸੀਂ ਲਗਾਵਾਂਗੇ, तो 1235/100 ਇਹ ਸਾਡੇ ਕੋਲ ਬਣ ਜਾਏਗਾ। ਹੁਣ ਜੇਕਰ ਅਸੀਂ ਇਹਨੂੰ ਪ੍ਰਤੀਸ਼ਤ ਦੇ ਵਿੱਚ ਬਦਲਣਾ ਹੈ, ਇਹਨੂੰ ਅਸੀਂ 100 ਦੇ ਨਾਲ ਗੁਣਾ ਕਰਾਂਗੇ ਤੇ ਨਾਲ ਇੱਥੇ ਪ੍ਰਤੀਸ਼ਤ ਦਾ ਜਿਹੜਾ ਸਾਈਨ ਹੈ ਉਹ ਅਸੀਂ ਲਗਾ ਦੇਵਾਂਗੇ। ਠੀਕ ਹੈ, 100 ਦੇ ਨਾਲ 100 ਕੱਟਿਆ ਜਾਏਗਾ ਤੇ ਇਹ ਸਾਡੇ ਕੋਲ ਉੱਤਰ ਜਿਹੜਾ 1235% ਉਹ ਪ੍ਰਾਪਤ ਹੋ ਜਾਏਗਾ। ਠੀਕ ਹੈ, तो ਆਪਾਂ ਦੇਖ ਸਕਦੇ ਹਾਂ ਬੀ ਪਾਰਟ ਜਿਹੜਾ ਹੈ, ਬੀ ਆਪਸ਼ਨ ਹੈ, ਉਹ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ। ਠੀਕ ਹੈ, ਇਸ ਤੋਂ ਬਾਅਦ ਅਗਲਾ ਸਵਾਲ ਦੇਖਦੇ ਹਾਂ। ਅਗਲਾ ਸਵਾਲ ਸਾਡੇ ਕੋਲ ਹੈ -2/7 ਦੀ ਤੁਲ ਕਿਹੜੀ ਪਿੰਨ ਹੋਵੇਗੀ? ਦਾ ਇਕੁਇਵਲੈਂਟ ਫ੍ਰੈਕਸ਼ਨ ਆਫ -2/7। -2/7 ਦੇ ਇਕੁਇਵਲੈਂਟ ਅਸੀਂ ਹੋਰ ਕਿਹੜੀ ਪਿੰਨ ਪਤਾ ਕਰ ਸਕਦੇ ਹਾਂ? ਜਦੋਂ ਵੀ ਅਸੀਂ ਤੁਲ ਪਿੰਨਾਂ ਪਤਾ ਕਰਦੇ ਹਾਂ, ਇਕੁਇਵਲੈਂਟ ਫ੍ਰੈਕਸ਼ਨਸ ਪਤਾ ਕਰਦੇ ਹਾਂ, ਤਾਂ ਉਹਦੇ ਵਿੱਚ ਕਰਨਾ ਕੀ ਹੁੰਦਾ ਹੈ? ਜਿਹੜੀ ਵੀ ਸਾਨੂੰ ਪਿੰਨ ਦਿੱਤੀ ਹੋਈ ਹੈ ਇਹਦੇ ਵਿੱਚ ਅੰਸ਼ ਅਤੇ ਹਰ ਨੂੰ ਅਸੀਂ ਇੱਕੋ ਜਿਹੀ ਸੰਖਿਆ ਦੇ ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ ਜੋ ਵੀ ਪਿੰਨ ਬਣੇਗੀ ਉਹ ਇਹਦੀ ਤੁਲ ਪਿੰਨ ਜਿਹੜੀ ਹੋ ਜਾਏਗੀ। ਠੀਕ ਹੈ, तो ਇਹ ਸਾਡੇ ਕੋਲ -2/7 ਹੈ। -2/7 ਤੋਂ -4/14 ਬਣਾਇਆ ਜਾ ਸਕਦਾ ਹੈ। ਦੇਖੋ 2 ਨੂੰ 2 ਨਾਲ ਗੁਣਾ ਕਰਾਂਗੇ -4 ਬਣ ਜਾਏਗਾ, -2 ਨੂੰ 2 ਨਾਲ ਗੁਣਾ ਕਰਾਂਗੇ 7 ਨੂੰ ਜੇਕਰ ਅਸੀਂ 2 ਨਾਲ ਗੁਣਾ ਕਰਦੇ ਹਾਂ ਸਾਡੇ ਕੋਲ 14 ਬਣ ਜਾਏਗਾ। ਠੀਕ ਹੈ, तो ਇਹਨੂੰ ਅਗਰ ਅਸੀਂ ਅੰਸ਼ ਨੂੰ ਵੀ 2 ਨਾਲ ਹਰ ਨੂੰ ਵੀ 2 ਨਾਲ ਗੁਣਾ ਕਰਾਂਗੇ ਤਾਂ ਇਹ ਸਾਡੇ ਕੋਲ -4/14 ਬਣ ਜਾਂਦਾ ਹੈ। ਇਸ ਤੋਂ ਇਲਾਵਾ ਬਾਕੀ ਜਿਹੜੀਆਂ ਤਿੰਨੋਂ ਸੰਖਿਆਵਾਂ ਨੇ ਉਹ ਸਾਡੇ ਕੋਲ ਤੁਸੀਂ ਦੇਖ ਸਕਦੇ ਹੋ ਧਨਾਤਮਕ ਸੰਖਿਆਵਾਂ ਨੇ। ਕੋਈ ਵੀ ਸਾਡੇ ਕੋਲ ਫ੍ਰੈਕਸ਼ਨ ਹੈ ਅਗਰ ਉਹ ऋणात्मक है तो ਉਹਦੇ ਤੁਲ ਜਿਹੜੀਆਂ ਸਾਡੇ ਕੋਲ ਪਿੰਨਾਂ ਆਣਗੀਆਂ, ਤੁਲ ਜਿਹੜੇ ਫ੍ਰੈਕਸ਼ਨ ਪ੍ਰਮੇय ਸੰਖਿਆਵਾਂ ਆਣਗੀਆਂ ਉਹ ਵੀ ऋणात्मक ਹੀ ਹੋਣਗੀਆਂ। ਠੀਕ ਹੈ, तो ਇਹਦੇ ਵਿੱਚੋਂ ਇਹ ਜਿਹੜਾ ਸਾਡੇ ਕੋਲ ਬਿਲਕੁਲ ਸਹੀ ਜਵਾਬ ਹੈ B C D, ਕਿਉਂਕਿ ਵੈਸੇ ਹੀ ਧਨਾਤਮਕ ਨੇ, ਇਹ -2/7 ਦੀਆਂ ਤੁਲ ਪਿੰਨਾਂ ਨਹੀਂ ਹੋ ਸਕਦੀਆਂ। ਠੀਕ ਹੈ, ਇਸ ਤੋਂ ਬਾਅਦ ਅਗਲਾ ਸਵਾਲ ਹੈ ਸਾਡੇ ਕੋਲ ਇੱਕ ऋणात्मक ਪ੍ਰਮੇय ਸੰਖਿਆ ਦਾ ਉਲਟ ਕਰਮ ਹੋਵੇਗਾ। ਦ ਰੈਸੀਪ੍ਰੋਕਲ ਆਫ ਅ ਨੈਗੇਟਿਵ ਰੈਸ਼ਨਲ ਨੰਬਰ ਇਜ਼ ਵਟ। ਕੋਈ ਵੀ ਸਾਡੇ ਕੋਲ ਅਗਰ ਸੰਖਿਆ ਜਿਹੜੀ ਹੈ ਪ੍ਰਮੇय ਸੰਖਿਆ ਉਹ -1/a ਲਿਖ ਲਿਆ ਮੈਂ ਇੱਥੇ, a ਦੀ ਜਗ੍ਹਾ ਤੇ 2 ਵੀ ਲਿਖ ਸਕਦੇ ਹੋ, -1/2 ਜਾਂ ਕੁਝ ਵੀ ਹੋ ਸਕਦੀ ਸੰਖਿਆ ਅਗਰ ਉਹਦੇ ਨਾਲ ऋणात्मक ਮਾਈਨਸ ਦਾ ਸਾਈਨ ਹੈ, तो ਜਦੋਂ ਅਸੀਂ ਇਹਦਾ ਉਲਟ ਕਰਮ ਕਰਾਂਗੇ ਉਹ ਵੀ ਸਾਡੇ ਕੋਲ ऋणात्मक ਹੀ ਹੋਏਗਾ। ਠੀਕ ਹੈ, ਉਹ -2/1 ਹੋ ਜਾਏਗਾ। 2/1 ਕਰਾਂਗੇ ਅਸੀਂ ਤੇ ਜਿਹੜਾ ऋणात्मक ऋण ਦਾ ਸਾਈਨ ਹੈ, ਘਟਾਓ ਦਾ ਸਾਈਨ ਹੈ, ਉਹ ਅਸੀਂ ਅੰਸ਼ ਦੇ ਵਿੱਚ ਨਿਊਮੀਰੇਟਰ ਦੇ ਵਿੱਚ ਲਗਾਵਾਂਗੇ। ਠੀਕ ਹੈ, तो -2/1। ਹਾਂਜੀ, तो ऋणात्मक प्रमेय संख्या ਦਾ ਉਲਟ ਕਰਮ ਵੀ ऋणात्मक ਹੀ ਹੋਵੇਗਾ, ਨੈਗੇਟਿਵ ਹੋਵੇਗਾ। ਠੀਕ ਹੈ, ਇਸ ਤੋਂ ਬਾਅਦ ਅਗਲਾ ਸਵਾਲ ਚੌਥਾ ਹੈ ਸਾਡੇ ਕੋਲ ਸਮੀਕਰਨ x - 1 = 0 ਦਾ ਕੀ ਹੱਲ ਹੋਵੇਗਾ? ਦਾ ਸੋਲੂਸ਼ਨ ਆਫ ਦ ਗਿਵਨ ਇਕੁਏਸ਼ਨ x - 1 = 0। ਸਮੀਕਰਨ ਸਾਡੇ ਕੋਲ ਹੈ x - 1 = 0।
तो हल का भाव हुंदा कि इत्थे असीं x की कीमत की भरीए कि साडे कोल जिहड़ा उत्तर है इस सवाल का खब्बे पासा ते सज्जा पासा दोनों जिहड़े वो साडे कोल बराबर हो जाण। भाव सज्जे पासे का पहले ही 0 है तो खब्बे पासे की असीं x की जगह ते भरीए कि साडे कोल ये भी 0 हो जाए। तो इहदी कीमत ये पता करन दे लई एक तां असीं हिट एंड ट्रायल तुक्के नाल भी दस सकदे हां कि 1 भरांगे तां 1 घटाओ, 1 भरांगे तां 1 घटाओ 1 साडे कोल जिहड़ा 0 हो जांदा है, ठीक है। जां फिर की करदे हां असीं एक्स नूं जिहड़ा ਉਹ ਅਸੀਂ ਖੱਬੇ ਪਾਸੇ ਰੱਖਾਂਗੇ ਇਹ ਜਿਹੜਾ ਘਟਾਓ ਦਾ ਇੱਕ ਹੈ ਇਹਨੂੰ ਅਸੀਂ ਬਰਾਬਰ ਦੇ ਦੂਜੇ ਪਾਸੇ ਲੈ ਜਾਾਂਗੇ ਸਾਡੇ ਕੋਲ ਘਟਾਓ ਇੱਕ ਹੈ ਇਧਰ ਆ ਕੇ ਜਮਾ ਇੱਕ ਹੋ ਜਾਏਗਾ ਠੀਕ ਹੈ तो 0 ਚ ਇੱਕ ਜੋੜਾ ਇੱਕ ਹੀ ਰਹੇਗਾ तो x ਬਰਾਬਰ ਇੱਕ ਜਿਹੜਾ ਸਾਡੇ ਕੋਲ ਉਹ ਬਣ ਜਾਂਦਾ ਹੈ ਇਹਦਾ ਭਾਵ ਹੈ ਕਿ x ਬਰਾਬਰ 1 ਇਸ ਸਮੀਕਰਨ ਦਾ ਇਸ ਸਿੰਪਲ ਇਕੁਏਸ਼ਨ ਦਾ ਹੱਲ ਹੈ ਠੀਕ ਹੈ तो ਇਹਦਾ ਜਿਹੜਾ ਉੱਤਰ ਹੈ ਸਾਡੇ ਕੋਲ ਉਹ ਕੀ ਹੋਏਗਾ ए ਆਪਸ਼ਨ ਜਿਹੜਾ ਉਹ ਬਿਲਕੁਲ ਸਹੀ ਜਵਾਬ ਹੈ ਚੌਥੇ ਸਵਾਲ ਦਾ ਠੀਕ ਹੈ ਸਟੂਡੈਂਟਸ ਇਸ ਤੋਂ ਬਾਅਦ ਅਗਲਾ ਸਵਾਲ ਹੈ ਸਾਡੇ ਕੋਲ ਪੰਜਵਾਂ संख्या रेखा ते संख्या 3 ਅਤੇ 4 कदम संख्या रेखा ते संख्या 3 ਦੇ 4 कदम ਖੱਬੇ ਚੱਲਣ ਤੇ ਪ੍ਰਾਪਤ ਸੰਖਿਆ ਕੀ ਹੋਏਗੀ ਅਸੀਂ ਸੰਖਿਆ ਰੇਖਾ ਬਣਾ ਲੈਣੇ ਠੀਕ ਹੈ ਇਹਦੇ ਵਿੱਚ ਮੰਨ ਲਓ ਇੱਥੇ ਸਾਡੇ ਕੋਲ 3 ਹੈ ਠੀਕ ਹੈ 3 ਦੇ ਇੱਧਰ ਸਾਡੇ ਕੋਲ 2 ਹੋਏਗਾ और 2 ਦੇ ਖੱਬੇ ਪਾਸੇ 1 ਹੋਏਗਾ जमा का एक फिर 0 होएगा फिर -1 ਤੇ -2 इस ढंग ਦੇ ਨਾਲ ਸੰਖਿਆਵਾਂ ਜਿਹੜੀਆਂ ਸਾਡੇ ਕੋਲ ਸੰਖਿਆ ਰੇਖਾ ਦੇ ਉੱਤੇ ਚੱਲਦੀਆਂ ਨੇ तो संख्या 3 ਤੋਂ ਅਸੀਂ 4 कदम ਖੱਬੇ ਪਾਸੇ ਚੱਲਣਾ ਹੈ ਠੀਕ ਹੈ ਇਹ ਸਾਡੇ ਕੋਲ ਸੰਖਿਆ 3 ਹੈ ਇੱਕ ਕਦਮ ਖੱਬੇ ਪਾਸੇ ਦੂਜਾ ਕਦਮ ਖੱਬੇ ਪਾਸੇ ਤੀਜਾ ਕਦਮ ਖੱਬੇ ਪਾਸੇ ਤੇ ਇਹ ਸਾਡੇ ਕੋਲ ਚੌਥਾ ਕਦਮ ਜਿਹੜਾ ਉਹ ਖੱਬੇ ਪਾਸੇ ਹੈ तो ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਉੱਤਰ ਜਿਹੜਾ ਉਹ ਕੀ ਆ ਜਾਂਦਾ ਹੈ ਮਾਈਨਸ ਦੇ 1 ਆ ਜਾਂਦੇ ਆ और एक चीज़ होर आपां समझ लईए अगर असीं 3 तो खब्बे पासे 4 कदम चलना इहदा भाव है कि असीं 3 दे विचों 4 नूं घटावांगे ठीक है 3 चों 4 घटाने साडे कोल -1 आएगा जेकर असीं सज्जे पासे चलना हुंदा 3 तो फिर असीं जिहड़े 4 सी उहदे च जोड़ देने सी ठीक है तो इस सवाल दा जिहड़ा साडे कोल सही विकल्प है वो है सी ऑप्शन ठीक है इस तो बाद अगला सवाल है साडे कोल हेठ लिखिया विचों किहड़ी उचित भिन्न है विच ऑफ द फॉलोइंग इज एन प्रॉपर फ्रैक्शन प्रॉपर फ्रैक्शन या उचित भिन्न की निशानी की होंदी है ये जिहड़ा अंश है वो हर दे नालों वड्डा नहीं हो सकता ठीक है अंश जिहड़ा हर दे नालों छोटा होएगा तो 7/4 दे विच अंश जिहड़ा हर दे नालों वड्डा है ये भी हर दे नालों वड्डा है 4 3 दे नालों वड्डा है 4 5 दे नालों छोटा है ये 9 जिहड़ा 7 दे नालों वड्डा है तो ये आंसर भी नहीं हो सकता क्योंकि ये भी अंश वड्डा है ये भी नहीं हो सकता तो ये भी नहीं हो सकता सी ऑप्शन जी बिल्कुल सही है क्योंकि 4/5 ये साडे कोल एक प्रॉपर फ्रैक्शन है उचित भिन्न है क्योंकि ये अंश की जी कीमत है वो हर दे नालों छोटी है ठीक है अगला सवाल है साडे कोल दिते गए अंकड़ियां दा बहुलक पता करो फाइंड द मोड ऑफ द फॉलोइंग डेटा हुण ये साडे कोल जिहड़ा डेटा दिता होया अंकड़े दिते हुए ने इहदे विचों असीं मोड पता करना है तो जिहड़ी संख्या साडे कोल सब तो ज़्यादा वार आंदी है ਜਿਹੜਾ ਵਾਲਾ ਅੰਕ ਸਾਡੇ ਕੋਲ ਸਭ ਤੋਂ ਜ਼ਿਆਦਾ ਵਾਰ ਆ ਰਿਹਾ ਉਹੀ ਸਾਡੇ ਕੋਲ ਬਹੁਲਕ ਹੋਏਗਾ ਬਹੁਲਕ ਬਹੁਵਾਰ ਮੋਡ ਠੀਕ ਹੈ तो ਇਹਨਾਂ ਨੂੰ ਅਸੀਂ ਪਹਿਲਾਂ ਵਾਧੇ ਕ੍ਰਮ ਵਿੱਚ ਲਿਖ ਲੈਂਦੇ ਆ ਨਾਲੇ ਗਿਣ ਲੈਂਦੇ ਇਹਨਾਂ ਨੂੰ ਸਭ ਤੋਂ ਪਹਿਲਾਂ ਅਗਰ 3 ਦੀ ਗੱਲ ਕਰੀਏ 3 ਸਾਡੇ ਕੋਲ ਕਿੰਨੇ ਨੇ 1 2 3 ਸਾਡੇ ਕੋਲ 3 ਜਿਹੜੇ 3 ਨੇ ਇਹਦੇ ਵਿੱਚ ਇਸ ਤੋਂ ਬਾਅਦ 4 1 2 ਤੇ 3 3 ਸਾਡੇ ਕੋਲ 4 ਨੇ तो 4 ਅਸੀਂ ਇੱਥੇ ਲਿਖ ਲਵਾਂਗੇ ਇਸ ਤੋਂ ਬਾਅਦ 5 1 2 3 4 5 ਜਿਹੜੇ ਸਾਡੇ ਕੋਲ 4 ਵਾਰ ਨੇ और इस तो बाद 6 की गल करिए 1 2 3 6 साढ़े कोल 2 बार आए ने 3 बार और इस तो बाद एक 2 बार 7 है ते एक बार साढ़े कोल 8 है ठीक है एक बार आप देख लेने कि सारिया संख्यावां असीं लिख लियां कि नहीं 1 2 3 4 5 6 7 8 9 10 11 12 13 14 15 16 1 2 3 4 5 6 7 8 9 10 11 12 13 14 15 16 ठीक है सारे अंक आप इत्थे लिख ले तो ये असीं देख सकते हैं सब तो ज़्यादा वार जिहड़ा वो 5 आया ठीक है 5 जिहड़ा 4 बार आया ये ठीक है और बाकी जिहड़े संख्यावां ने बाकी जिन्ने भी साडे कोल अंकड़े ने वो सारे जां कोई 3 बार आया है जां 2 बार आया जां 1 बार आया ठीक है तो 5 जिहड़ा सब तो वध बार आया वही साडे कोल इन्हां अंकड़ियां दा बहुलक होएगा तो डी ऑप्शन जी बिल्कुल सही जवाब है इस सवाल का ठीक है इस तो बाद अगला सवाल है साडे कोल 25 लीटर पेट्रोल का 20% कितना होएगा 20% ऑफ 25 लीटर्स ऑफ पेट्रोल इज व्हाट तो असीं इहदे सिंपली लिख लांगे इत्थे 25 लीटर या 25 का 20%
ठीक है। दा मैंने गुणा दा की जगह असीं गुणा कर देंगे 20% है, प्रतिशत जो असीं हटावांगे तो वटा 100 कर देंगे, ठीक है। तो ये 1 0 ये 0 के नाल कटी जाएगी। उस तो बाद 1 दूनी दूनी 5 दूनी 10 तो 25 नूं फिर असीं 5 दे नाल कट सकते हैं, साडे कोल 25/5 आएगा। 25 नूं 5 दे नाल कटांगे तो साडे कोल 5 ही बाकी जिहड़ा बच जाता है, ठीक है। तो इस तरह असीं कह सकते हैं कि 25 लीटर का 20% 20% ऑफ 25 लीटर्स ऑफ पेट्रोल इज़ 5 लीटर्स, ठीक है। तो ये डी ऑप्शन जी है वो इस सवाल की बिल्कुल सही ऑप्शन है, ठीक है। डी आंसर जो सही है। इस तो बाद 9वां सवाल साडे कोल है, दिती गई संख्या रेखा ते बिंदु एक्स द्वारा दर्शाई गई प्रमेय संख्या, और ये साडे कोल हुण तुसीं देख सकते हो उपर जिहड़ी संख्या रेखा ते संख्यावां दित्तियां गईयां ने, 0 है, -1 है ते 1 है, ठीक है। तो असीं इहदे च देख सकते हैं कि जिहड़ा इकाई दा एक साडे कोल इकाई है, भाव 0 तो 1, इनू अगे किन्ने हिस्सों के वंडिया होया, 1 हिस्सा 2 3 ते 4 हिस्सों के वंडिया होया, ठीक है। इस तरह 0 तो -1 के विचकार भी आपां देख सकते हैं, भी 4 हिस्सों के इनू वंडिया होया, ठीक है। ਇਹਦਾ मतलब ਅਸੀਂ इत्थे वटा 4 लगा के ਜਿਹੜੀਆਂ संख्यावां लिखनियां शुरू कर दईए तो सानू बड़ी आसानी ਦੇ ਨਾਲ पता चल जाएगा कि x ਜਿਹੜਾ बिंदु है वो ਕਿਹੜੀ ਪ੍ਰਮੇय संख्या ਨੂੰ ਦਰਸਾਉਂਦਾ है, ठीक है। तो ਅਸੀਂ शुरू करते हैं 0/4, इस तो बाद 1/4, 2/4, 3/4 ਤੇ ਇਹ ਸਾਡੇ ਕੋਲ ਹੋ ਜਾਏਗਾ 4/4, 4/4 1 ਦੇ ਬਰਾबर हो जाएगा, ठीक है। तो ਅਸੀਂ ਇੱਥੋਂ ਦੇਖ ਸਕਦੇ ਹਾਂ कि x ਜਿਹੜਾ है बिंदु ਉਹ 1/4 संख्या ਨੂੰ ਦਰਸਾਉਂਦਾ है, ठीक है जी। तो चारों ऑप्शनस दे विचों ए ऑप्शन जी बिल्कुल सही जवाब है इस सवाल का। उस तो बाद अगला सवाल, कोई भी सवाल अगर तुहानू नहीं पता लगता है, कोई भी डाउट है किते, तुहानू वीडियो नू रिपीट करके देख लो, ठीक है। फिर भी कोई डाउट होई तो कमेंट बॉक्स के या WhatsApp का नंबर जो वीडियो के तुहानू मिल जाएगा, ਉਹਦੇ ਤੇ ਤੁਸੀਂ ਜਿਹੜਾ ਆਪਣੀ डाउट है वो भेज सकते हो। कोशिश करांगा मैं हर सवाल का जवाब देने की। इस तो बाद अगला सवाल है 10वां सवाल, 57 डिग्री का पूरक कोण कितना होगा। द मेजर ऑफ द कॉम्पलीमेंट्री एंगल ऑफ 57 डिग्री इज वट। जो भी किसी एंगल का असी कॉम्पलीमेंट्री एंगल फाइंड करना हो या पूरक कोण पता करना हो तो 90 डिग्री के 57 घटा दो, उस एंगल को 90 डिग्री के माइनस कर दो तो साढ़े को उत्तर आ जाएगा, ठीक है। ਜਾਂ फिर इनू असी इवें करते होंगे हैं, वैसे इतने सानू करने की जरूरत नहीं है असी, क्योंकि सिर्फ आंसर ही देना है, पर असी एवें लिखते होंगे कि मान लो 57 डिग्री का पूरक कोण x है। अगर x 57 डिग्री का पूरक कोण है तो मतलब x नूं जदों असीं 57 डिग्री दे विच जोड़ांगे तो साडे कोल जिहड़ा जोड़फल है वो 90 डिग्री बनेगा, ठीक है। तो इहदे विचों x की कीमत असीं पता कर सकते हैं, 90 डिग्री दे विचों 57 डिग्री नूं माइनस कर दो। 90 दे विचों जदों असीं 57 डिग्री नूं माइनस करांगे तो ये साडे कोल 33 डिग्री आएगा, ठीक है। तो x की कीमत जी साढ़े को 33 डिग्री आ जाती है, तो मतलब कि 57 डिग्री का जो पूरक कोण है वो 33 डिग्री का कोण है, ठीक है। तो ये बी ऑप्शन जी बिल्कुल सही है। बी जो उत्तर है वो इस सवाल का सही उत्तर है, 33 डिग्री। 57 का पूरक कोण 33 डिग्री है। इस तो बाद अगला जो सवाल है साढ़े को 5 किलोग्राम चीनी का 500 ग्राम नमक नाल अनुपात पता करो। हुण इहदे च असीं 5 किलोग्राम का 500 ग्राम के नाल पता करना है ना, अनुपात 5 किलोग्राम का 500 ग्राम के नाल। तो जदों तक साडे कोल इकाइयां जिहड़ियां इक्को जिहियां नहीं है असीं जिहड़ा अनुपात नहीं पता कर सकते, ठीक है। इकाइयां सानू दोनों जगह इक्को करनियां पैणगीਆਂ। किलोग्राम नूं असीं ग्राम दे विच कन्वर्ट कर लैंदे आ। 1 किलोग्राम दे विच साडे कोल 1000 ग्राम हुंदे, ठीक है। ਇਹਦਾ मतलब 5 किलोग्राम ਦੇ ਵਿੱਚ ਸਾਡੇ ਕੋਲ ਕਿੰਨੇ ਗ੍ਰਾਮ ਹੋਣਗੇ 5000 ग्राम, ठीक है। तो ये ਸਾਡੇ ਕੋਲ एक्चुअल ਦੇ ਵਿੱਚ ਅਸੀਂ ਇਹਦੇ ਵਿੱਚ ਕੀ ਪਤਾ ਕਰਨਾ ਹੈ कि 5000 ग्राम ਦਾ 500 ग्राम ਦੇ ਨਾਲ अनुपात। ठीक है। तो 5000 ग्राम का 500 के नाल पता करना है, जेदा पता करना है उन्होंने असीं उपर रखी दे और जेदे नाल पता करना है उन्होंने हेठा रखी दे, ठीक है। तो ये असीं 0 के नाल 0 कट्टी जाएगी, फिर दूजी 0 कट्टी जाएगी, ये साडे कोल बन गया 50/5। फिर असीं इहनूं कट सकते हैं, साडे कोल 10/1 आ जाएगा, ठीक है ना। 50 नूं 5 नाल भाग कीता 10 बन जाएगा और 5 नूं 5 नाल भाग कीता साडे कोल 1 हो जाएगा। तो 10/1 जिहड़ा इस सवाल का बिल्कुल सही उत्तर है। तो इहदे विचों असीं देख सकते हैं कि साडे कोल जिहड़ी ए ऑप्शन है ये ही सही है। जे तुसीं सिर्फ 5 का 500 ग्राम के नाल कर दोगे तो गलत हो जाएगा, ठीक है। 5 का 500 के नाल यूनिट हमेशा इक्को जिहे होने चाहिए,
अगर दोनों जगह घंटे है, दोनों जगह घंटे होने चाहिए, दोनों जगह मिनट्स होने चाहिए, दोनों जगह सेंटीमीटर, दोनों जगह मिलीमीटर, जो भी है ये इकाइयां ਜਿਹੜੀਆਂ बिल्कुल सेम होनी चाहिए, ठीक है। चाहे ग्राम ਨੂੰ किलोग्राम च बदल लो या किलोग्राम ਨੂੰ ग्राम ਦੇ ਵਿੱਚ बदल लो, ठीक है। इस तो बाद अगला 12वां सवाल है साडे कोल, ਦਿੱਤੀ आकृति ਵਿੱਚ ਕਿੰਨੇ प्रतिशत भाग रंगीन है, what percentage of the given figure is colored। ਇਹ ਚੱਕਰ ਜਿਹੜਾ ਸਾਨੂੰ ਇੱਕ ਦਿੱਤਾ ਹੋਇਆ, ਚੱਕਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਚੱਕਰ ਦੇ 4 ਹਿੱਸੇ ਜਿਹੜੇ ਉਹ ਕੀਤੇ ਗਏ ਨੇ, ਚਾਰਾਂ ਦੇ ਵਿੱਚੋਂ ਇੱਕ ਹਿੱਸਾ ਜਿਹੜਾ ਉਹਨੂੰ ਕਲਰ ਕੀਤਾ ਗਿਆ ਹੈ, ਭਾਵ ਕਿ 1/4, 4 ਦੇ ਵਿੱਚੋਂ ਇੱਕ ਹਿੱਸਾ। तो ਇਹਨੂੰ ਜੇ ਅਸੀਂ ਪ੍ਰਤੀਸ਼ਤ ਦੇ ਵਿੱਚ ਪਤਾ ਕਰਨਾ, ਇਹਨੂੰ 100 ਦੇ ਨਾਲ ਗੁਣਾ ਕਰਾਂਗੇ, ਨਾਲ ਪ੍ਰਤੀਸ਼ਤ ਦਾ ਸਾਈਨ ਲਗਾ ਦਾਂਗੇ, ਤਾਂ ਇਹ ਸਾਡੇ ਕੋਲ ਬਣ ਜਾਂਦਾ ਹੈ 100 ਨੂੰ 4 ਨਾਲ ਭਾਗ ਕੀਤਾ 25, तो 25% बन जाता है, चौथा हिस्सा मतलब 25%, ठीक है। तो 12वें सवाल का जो बी उत्तर है वो बिल्कुल सही है। इस तो बाद 13वां सवाल है साडे कोल, एक रेखा दो जां दो तो वध रेखावां नूं जेकर अलग अलग बिंदुआं ते कटदी होवे तां ओह की अखवाउंदी है। एक रेखा दो जां दो तो वध रेखावां नूं जेकर अलग अलग बिंदुआं ते कटदी होवे तां ओह की अखवाउंदी है। भाव जिवें असीं इत्थे बना लैंदे हां, साडे कोल दो रेखावां ने, ठीक है, जां दो तो वध भी हो सकदियां ने, और एक कोई तीसरी रेखा है जी, तीनों रेखावां नूं अलग अलग बिंदुआं ते कटदी है। एक कित्थे कट रही है, एक इस बिंदु ते कट रही है और एक इस बिंदु ते कट रही है, ठीक है। 3 काट बिंदु है, तो इस रेखा नूं असीं काटवीं रेखा कहने, काटवीं रेखा, इंटरसेक्टिंग लाइन, ठीक है, ट्रांसवर्सल लाइन बोलते हैं। तो ਇਹਦੇ ਵਿੱਚ ਸਾਡੇ ਕੋਲ ए ऑप्शन है काटवीं रेखा ट्रांसवर्सल, ठीक है। तो बी ऑप्शन जी बिल्कुल सही जवाब है इस सवाल का 13वें का। इस रेखा नूं असीं काटवीं रेखा कहांगे। इस तो बाद है साडे कोल, दो कोणां दे मापां दा अंतर 8 डिग्री है, कोणां दा माप पता करो। दो पूरक कोणां दे मापां दा अंतर 8 डिग्री है, कोणां दा माप पता करो, ठीक है। तो जेकर दो पूरक कोण ने ते उन्हां दा जिहड़ा अंतर है वो 8 डिग्री है, तो असी बड़ी आसानी के नाल पता कर सकते हैं। देखो मान लो सानू ये पता है कि जिहड़ा पूरक कोणां दा जोड़ है वो 90 डिग्री हुंदा है। मान लो पहला कोण जिहड़ा है वो x है, मान लो पहला कोण बराबर x, तो जिहड़ा दूसरा कोण है या दूजा कोण है वो 90 डिग्री माइनस x हो जाएगा, 90 डिग्री माइनस x, ठीक है। एक कोण का जेकर पूरक कोण पता करना होवे तो 90 डिग्री के विचों असीं उहनूं माइनस कर देंगे। तो x और 90 डिग्री माइनस x, ये दोनों जो पूरक कोण ने, इन्हां दोनों का अंतर अगर 8 डिग्री है तो असीं की करते हैं, ये 90 डिग्री माइनस x के विचों x नूं असीं घटा देने, तो ये साडे कोल उत्तर जिहड़ा वो 8 डिग्री दिता होया। हुण असीं इहनूं हल कर लांगे, इहदे विचों x की कीमत पता कर लांगे, ठीक है। ये साडे कोल 90 डिग्री माइनस x बराबर 8 डिग्री हो जाएगा। x ते x दोनों माइनस देने, ये साडे कोल माइनस 2x हो जाएगा बराबर 8 डिग्री। 90 नूं इधर रख लो, 8 डिग्री नूं खब्बे पासे ले आओ, माइनस का हो जाएगा 8 डिग्री इधर आगे, और 2x नूं असीं उधर ले जाएंगे, साडे कोल जमा का 2x हो जाएगा, ठीक है। तो 2x की जिहड़ी कीमत है वो साडे कोल आ जाएगी, 90 दे विचों 8 घटावांगे तां 82 डिग्री, और x की कीमत साडे कोल आ जाएगी 82 डिग्री वटा 2 भाव 41 डिग्री, ठीक है। तो x जिहड़ा साडे कोल 41 डिग्री हो गया। और इस तो बाद जेकर असीं दूसरा कोण जिहड़ा पता करना है, ਉਹਦੇ ਲਈ ਸਾਨੂੰ ਕੀ ਕਰਨਾ ਪਏਗਾ, 90 माइनस x करना पएगा। ਸਾਡੇ ਕੋਲ पहला कोण हो गया, दूसरा कोण 90 डिग्री माइनस x भाव 90 डिग्री माइनस 41 डिग्री, ठीक है। तो ये ਸਾਡੇ ਕੋਲ बन जाएगा 10 ਦੇ ਵਿੱਚੋਂ 1 ਘਟਾਵਾਂਗੇ 9 4 49 डिग्री। तो दूसरा कोण जिहड़ा ਸਾਡੇ ਕੋਲ 49 डिग्री आ जाता है, पहला कोण ਸਾਡੇ ਕੋਲ 41 डिग्री। तो इन दोनों का जिहड़ा फर्क है, अंतर है 8 डिग्री का है। तो 41 डिग्री ते 49 डिग्री दो इहो ਜਿਹੇ कोण ने जिन्हां ਜਿਹੜੇ पूरक ने, ते दोनों का जिहड़ा अंतर है वो 8 डिग्री है। तो ਇਹਦੇ ਵਿੱਚ ਜਿਹੜਾ उत्तर है ਸਾਨੂੰ ਉਹ नहीं दिता गया है। दो पूरक कोणां ਦੇ ਮਾਪਾਂ ਦਾ अंतर 8 डिग्री है, कोणां ਦਾ माप पता करो। तो ये पूरक कोण हो नहीं सकते क्योंकि इन्हां ਦਾ जोड़ ਜਿਹੜਾ ਸਾਡੇ ਕੋਲ ਬਣਦਾ ਪਿਆ है 72 डिग्री, और ये जोड़ साढ़े कोल बनेगा 80 डिग्री, ये जोड़ साढ़े कोल बनेगा 68 डिग्री, और ये जोड़ साढ़े कोल बनेगा 124 डिग्री, 124 डिग्री, ठीक है। तो इन्हां चारों उत्तरां दे विचों कोई भी उत्तर जिहड़ा सही नहीं है। सही उत्तर जिहड़ा आपां हुण पता करके आए हैं वो है अपने कोल 41 डिग्री अते 49 डिग्री, ठीक है। तो 41 डिग्री ते 49 डिग्री सही आंसर है। इन्हां चारां विकल्पां दे विचों कोई भी उत्तर सही नहीं है।
क्योंकि कोई भी जोड़ा जोड़ा है ये पूरक कोणों का जोड़ा नहीं है कोई। चलो अगला सवाल 15वां। ਉਹ संख्या ਕਿਹੜੀ है जिसਦੇ 1/4 ਵਿੱਚ 5 जोड़न ते 9 प्राप्त ਹੁੰਦਾ है। ਕਿਹੜੀ संख्या है ਜਿਹਦੇ 1/4 ਵਿੱਚ 5 जोड़न ते 9 प्राप्त ਹੁੰਦਾ है। तो मान लो x ਜਿਹੜੀ ਉਹ संख्या है, ठीक है। अगर ਇਹਦੇ 'ਚ ਹੁਣ पूरी डिटेल्स नहीं ਆਪਾਂ ਦੇਣਾ क्योंकि ਅਸੀਂ रफ ਦੇ ਵਿੱਚ ਹੀ ਕੰਮ ਕਰਕੇ देखना ਤੇ ਉੱਤਰ ਇਹਦੇ ਵਿੱਚ ਦੇਣਾ है ना। मान लो x ਦੇ 1/4 ਵਿੱਚ 5 जोड़न ਤੇ 9 प्राप्त ਹੁੰਦਾ है, ਭਾਵ x ਦਾ 1/4 ਇਹਦਾ मतलब है x/4, मतलब x ਦਾ ਚੌਥਾ ਹਿੱਸਾ, ठीक है। 1/4 मतलब चौथा हिस्सा x/4 ਇਹਦੇ ਵਿੱਚ 5 ਜੋੜਨ ਤੇ ਬਰਾਬਰ ਆ ਗਿਆ 9। ਇਹ ਪ੍ਰਸ਼ਨ ਦੀ ਸ਼ਰਤ ਅਨੁਸਾਰ ਸਾਡੇ ਕੋਲ ਇਹ ਜਿਹੜੀ ਇਕੁਏਸ਼ਨ ਬਣ ਜਾਂਦੀ ਹੈ, ਇਹਨੂੰ ਅਸੀਂ ਹੁਣ ਸਿੰਪਲੀਫਾਈ ਕਰ ਲਾਂਗੇ, ਠੀਕ ਹੈ। x/4 ਇੱਥੇ ਰਹੇਗਾ, 5 ਨੂੰ ਦੂਜੇ ਪਾਸੇ ਅਸੀਂ ਲੈ ਦਾਂਗੇ, 9 ਘਟਾਓ 5 ਹੋ ਜਾਏਗਾ, 9 ਦੇ ਵਿੱਚੋਂ 5 ਜੇਕਰ ਅਸੀਂ ਘਟਾਵਾਂਗੇ ਬਣ ਗਿਆ 4। तो x/4 बराबर 4, ਇਹਦੇ ਵਿੱਚੋਂ x ਦੀ ਕੀਮਤ ਪਤਾ ਕਰਨ ਦੇ ਲਈ 4 ਇੱਧਰ x ਨੂੰ ਭਾਗ ਕਰ ਰਿਹਾ ਤੇ 4 ਨੂੰ ਦੂਜੇ ਪਾਸੇ ਲੈ ਕੇ ਜਾਵਾਂਗੇ, 4 ਨੂੰ ਗੁਣਾ ਕਰੇਗਾ, ਇੱਧਰ ਭਾਗ ਹੈ ਦੂਜੇ ਪਾਸੇ ਗੁਣਾ ਬਣ ਜਾਏਗੀ, 4 ਚੌਕੇ 16। तो x की जी कीमत है वो साढ़े को आ जाएगी 16 आनी चाहिए। लो जी ये बिल्कुल सही है अपने को। बी पार्ट, बी का जो चौथा हिस्सा करांगे 4 आएगा, वो 5 जोड़ांगे तो साढ़े को 9 बन जाता है, ठीक है। इस तो बाद अगला 16वां सवाल है 46 का 1/2 पता करो। 1/2 ऑफ 46, 1/2 किसी भी संख्या का जेकर असी 1/2 पता करते हैं, यदा मतलब असी उसका अध करना चाहते हैं, ठीक है, अध करना। तो 46 गुणा 1/2 हो जाएगा, ਭਾਵ 46/2, 46 ਨੂੰ 2 ਦੇ ਨਾਲ ਅਸੀਂ ਪਾ ਕਰਾਂਗੇ, ਸਾਡੇ ਕੋਲ ਆ ਜਾਏਗਾ 23। तो बी पार्ट ਜਿਹੜਾ ਬਿਲਕੁਲ ਸਹੀ ਜਵਾਬ ਹੈ ਇਸ ਸਵਾਲ ਦਾ। ਇਸ ਤੋਂ ਬਾਅਦ ਅਗਲਾ ਸਵਾਲ ਹੈ 17ਵਾਂ। ਦਿੱਤੇ ਗਏ ਕਥਨ ਕਿਸੇ ਸੰਖਿਆ ਦੇ 7 ਗੁਣਾ ਵਿੱਚੋਂ 6 ਘਟਾਉਣ ਤੇ 9 ਪ੍ਰਾਪਤ ਹੁੰਦਾ ਹੈ ਨੂੰ ਸਮੀਕਰਨ ਦਾ ਰੂਪ ਕਿਸ ਤਰ੍ਹਾਂ ਲਿਖਾਂਗੇ। ਕਿਸੇ ਸੰਖਿਆ ਦੇ 7 ਗੁਣਾ, ਅਗਰ ਸਾਡੇ ਕੋਲ ਸੰਖਿਆ ਹੈ x, ਇਹਦਾ 7 ਗੁਣਾ ਭਾਵੇਂ ਨੂੰ 7 ਨਾਲ ਗੁਣਾ ਕਰ ਲਿਆ, 7x ਹੋ ਗਿਆ, ਠੀਕ ਹੈ। ਇਹਦੇ ਵਿੱਚੋਂ 6 ਘਟਾਉਣ ਤੇ 6 ਘਟਾ ਲਿਆ, ਪ੍ਰਾਪਤ ਕੀ ਹੁੰਦਾ ਹੈ 9, ਠੀਕ ਹੈ। तो 7x ਮਾਈਨਸ 9 ਬਰਾਬਰ -6 ਬਰਾਬਰ 9 ਜਿਹੜਾ ਸਾਡੇ ਕੋਲ ਬਣਨਾ ਚਾਹੀਦਾ। तो ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ B ਉੱਤਰ ਹੈ ਜਿਹੜਾ ਉਹ ਬਿਲਕੁਲ ਸਹੀ ਹੈ। 7x - 6 = 9 ਸਾਡੇ ਕੋਲ ਬਣੇਗਾ ਆਨਸਰ ਇਹਦਾ, ਠੀਕ ਹੈ। ਅਗਲਾ ਸਵਾਲ ਹੈ ਸਾਡੇ ਕੋਲ 18ਵਾਂ। 8/3 ਗੁਣਾ -9/4 ਦਾ ਮੁੱਲ ਪਤਾ ਕਰੋ। फाइंड द वैल्यू ऑफ 8/3 * -9/4। ਜਦੋਂ ਅਸੀਂ ਗੁਣਾ ਕਰਦੇ ਹਾਂ ਉਸ ਵੇਲੇ ਅੰਸ਼ ਨੂੰ ਅੰਸ਼ ਨਾਲ ਗੁਣਾ ਕਰ ਸਕਦੇ ਹਾਂ, ਹਰ ਨੂੰ ਹਰ ਨਾਲ ਗੁਣਾ ਕਰ ਸਕਦੇ ਹਾਂ। ਈਵਨ ਜੇ ਉੱਪਰ ਸਾਡੇ ਕੋਲ ਕੋਈ ਨੰਬਰ ਹੇਠਾਂ ਵਾਲੇ ਨੰਬਰ ਦੇ ਪਹਾੜੇ ਵਿੱਚ ਆਉਂਦਾ ਤਾਂ ਉਹਨੂੰ ਅਸੀਂ ਕੱਟ ਵੀ ਸਕਦੇ ਹਾਂ। ਜਿਵੇਂ 4 ਤੇ 8 ਨੇ, 8 ਜਿਹੜਾ ਹੈ ਉਹ 4 ਦੇ ਪਹਾੜੇ ਵਿੱਚ ਆਉਂਦਾ ਹੈ, ਠੀਕ ਹੈ। तो ਇਹਨੂੰ ਅਸੀਂ ਇੱਥੇ 2 ਆ ਜਾਏਗਾ, 4 × 4 4 दूनी 8, 9 ਜਿਹੜਾ 3 ਦੇ ਪਹਾੜੇ ਵਿੱਚ ਆਉਂਦਾ ਹੈ। ਇਹ ਸਾਡੇ ਕੋਲ 3 × 3 ਤੇ 3 × 9, तो ऊपर बचेगा साढ़े को 2 गुणा -3, तो -6 ਜਿਹੜਾ ਸਾਡੇ ਕੋਲ ਉੱਤਰ ਆ ਜਾਏਗਾ, ठीक है। या ਤੁਸੀਂ ਇਹਨੂੰ ਐਵੇਂ ਵੀ ਕਰ ਸਕਦੇ ਹੋ, 8/3 ਗੁਣਾ -9/4 ਹੈ, 8 9 72 ਤੇ -72 ਆ ਜਾਏਗਾ, 72 ਆ ਜਾਏਗਾ, ਥੱਲੇ 4 × 12 ਰਹੇਗਾ ਹਰ ਦੇ ਵਿੱਚ। तो 72 ਨੂੰ 12 ਦੇ ਨਾਲ ਭਾਗ ਕਰੋਗੇ ਤਾਂ ਸਾਡੇ ਕੋਲ 6 ਆਏਗਾ, ਅੱਗੇ ਘਟਾਓ ਦਾ ਨਿਸ਼ਾਨ ਹੈ, तो ਉਸੇ ਢੰਗ ਦੇ ਨਾਲ ਰਹੇਗਾ, ठीक है। तो -6 ਜਿਹੜਾ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਉਹ ਹੈ ਸਾਡੇ ਕੋਲ डी ऑप्शन ਜਿਹੜੀ ਬਿਲਕੁਲ ਸਹੀ ਹੈ 18ਵੇਂ ਸਵਾਲ ਦੇ ਵਿੱਚ, ठीक है। इस तो बाद है साढ़े कोल 19वां सवाल। समीकरण 2q + 6 = 12 का हल पता करो। द सोल्यूशन ऑफ इक्वेशन 2q + 6 = 12। विद्यार्थियों जे किते लगता है कि स्पीड थोड़ी ज़्यादा है तो कोई गल नहीं, तुसीं इहनूं कट स्पीड करके देख सकते हो, यूट्यूब पर भी ऑप्शन साढ़े कोल मिल जाती है, या जिथे कोई चीज़ नहीं समझ लगती उन्होंने रिपीट करके रोक के पॉज करके देख लो, सवाल ਨੂੰ ਪਹਿਲਾਂ ਆਪ ਹੱਲ ਕਰਕੇ ਦੇਖੋ, ठीक है। ਇਸ ਦਾ ਹੱਲ ਪਤਾ ਕਰਨ ਦਾ ਮਤਲਬ ਹੈ ਕਿ ਇਹਦੇ ਵਿੱਚੋਂ ਅਸੀਂ q ਦੀ ਜਿਹੜੀ ਵੈਲਿਊ ਹੈ ਉਹ ਪਤਾ ਕਰਨੀ ਹੈ, ਜਿਹਦੇ ਨਾਲ ਖੱਬਾ ਤੇ ਸੱਜਾ ਪਾਸਾ ਦੋਨੋਂ ਬਰਾਬਰ ਹੋ ਜਾਣ। ਉਹਦੇ ਲਈ ਕੀ ਕਰਾਂਗੇ ਆਪਾਂ, ਪਹਿਲੇ 6 ਨੂੰ ਜਿਹੜਾ ਹੈ ਚੱਲ ਵਾਲੀ ਸੰਖਿਆ ਭਾਵ q ਵਾਲੀ ਸੰਖਿਆ ਨੂੰ ਅਸੀਂ ਖੱਬੇ ਪਾਸੇ ਰੱਖਾਂਗੇ, 6 ਨੂੰ ਇੱਧਰ ਸ਼ਿਫਟ ਕਰ ਦਿਓ, ਇਹ ਸਾਡੇ ਕੋਲ 12 ਘਟਾਓ 6 ਹੋ ਜਾਏਗਾ। तो 2q = 12 ਚੋਂ 6 ਕੱਢੇ ਸਾਡੇ ਕੋਲ 6 ਆ ਜਾਏਗਾ, ਔਰ q ਦੀ ਕੀਮਤ ਪਤਾ ਕਰਨ ਦੇ ਲਈ 6 ਨੂੰ 2 ਦੇ ਨਾਲ ਅਸੀਂ ਭਾਗ ਕਰਾਂਗੇ, 2 ਇੱਧਰ q ਨਾਲ ਗੁਣਾ ਹੋ ਰਿਹਾ, ਦੂਜੇ ਪਾਸੇ ਜਾਏਗਾ ਤੇ ਭਾਗ ਕਰੇਗਾ, ठीक है। 6 ਨੂੰ 2 ਨਾਲ ਭਾਗ ਕੀਤਾ 3, तो q = 3 ਸਾਡੇ ਕੋਲ ਆ ਜਾਂਦਾ। ਇਹਦੇ 'ਚ ਜੇਕਰ ਅਸੀਂ ਇੱਥੇ q ਦੀ ਜਗ੍ਹਾ 3 ਭਰਾਂਗੇ, 3 दूनी 6 ਹੋ ਜਾਏਗਾ, 6 6 12 ਹੋ ਜਾਏਗਾ, ਖੱਬਾ ਪਾਸਾ ਸੱਜਾ ਪਾਸਾ ਦੋਨੋਂ ਬਰਾਬਰ ਹੋ ਜਾਣਗੇ, तो q ਦੀ ਕੀਮਤ 3, तो ਇਹਦੇ ਵਿੱਚੋਂ c ਜਿਹੜੀ ਆਪਸ਼ਨ ਹੈ ਉਹ ਬਿਲਕੁਲ ਸਹੀ ਜਵਾਬ ਹੈ, ठीक है। इस तो बाद साढ़े कोल 20वां सवाल है। दिते चित्र अनुसार सिखर सन्मुख कोणा का जोड़ा किहड़ा है। ਇਹਦੇ ਵਿੱਚ ਸਾਡੇ ਕੋਲ ਇਹ ਚਿੱਤਰ ਹੈ ਦਿੱਤਾ ਹੋਇਆ, ਇਹਦੇ ਵਿੱਚੋਂ ਸਿਖਰ ਸਨਮੁਖ ਕੋਣ ਕਿਹੜੇ ਨੇ ਉਹ ਅਸੀਂ ਪਤਾ ਕਰਨੇ ਨੇ। ਉਸ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਿਖਰ ਸਨਮੁਖ ਕੋਣ ਹੁੰਦੇ ਕਿਹੜੇ ਆ। ਜਦੋਂ ਸਾਡੇ ਕੋਲ ਦੋ ਰੇਖਾਵਾਂ ਆਪਸ ਦੇ ਵਿੱਚ ਕੱਟਦੀਆਂ ਨੇ ਤਾਂ ਇਹ ਜਿਹੜੇ ਕੋਣ ਬਣਦੇ ਆ, ਚਾਹੇ ਅਸੀਂ ਇਸ ਸਾਈਡ ਵਾਲੇ ਕੋਣ ਦੀ ਗੱਲ ਕਰੀਏ
ਇਹ ਵਾਲਾ ਕੋਣ ਤੇ ਇਹ ਵਾਲਾ ਕੋਣ ਜਿਨ੍ਹਾਂ ਦੇ ਸਿਖਰ ਇੱਕ ਦੂਜੇ ਵੱਲ ਨੂੰ ਹੈ, ਠੀਕ ਹੈ। ਇਹਨਾਂ ਦੀ ਕੀਮਤ ਵੀ ਇੱਕੋ ਜਿਹੀ ਹੁੰਦੀ ਹੈ, ਮਾਪ ਵੀ ਇੱਕੋ ਜਿਹਾ ਹੁੰਦਾ। ਇਹ ਦੋਨੋਂ ਸਿਖਰ ਸਨਮੁਖ ਕੋਣਾਂ ਦਾ ਇੱਕ ਜੋੜਾ ਹੈ। ਔਰ ਇਸੇ ਢੰਗ ਦੇ ਨਾਲ ਜਿਹੜੇ ਇਹ ਕੋਣ ਬਣਦੇ ਨੇ, ਇਹ ਵਾਲਾ ਕੋਣ ਤੇ ਹੇਠਾਂ ਇਹ ਥੱਲੇ ਵਾਲਾ ਕੋਣ, ਇਹ ਵੀ ਸਾਡੇ ਕੋਲ ਸਿਖਰ ਸਨਮੁਖ ਕੋਣ ਨੇ। ਇਹਨਾਂ ਦਾ ਮਾਪ ਜਿਹੜਾ ਉਹ ਇੱਕੋ ਜਿਹਾ ਹੁੰਦਾ, ਠੀਕ ਹੈ। ਤੋ ਇਹ ਸਿਖਰ ਸਨਮੁਖ ਕੋਣ ਨੇ। ਤੋ ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਜਿਹੜੀਆਂ ਸਿੱਧੀਆਂ ਰੇਖਾਵਾਂ ਨੇ ਉਹ ਸਾਡੇ ਕੋਲ ਇੱਕ ਤਾਂ ਏ ਬੀ ਸਿੱਧੀ ਰੇਖਾ ਹੈ, ਏ ਬੀ ਰੇਖਾ, ਤੇ ਦੂਸਰੀ ਸਾਡੇ ਕੋਲ ਜਿਹੜੀ ਸਿੱਧੀ ਰੇਖਾ ਹੈ ਉਹ ਸੀ ਡੀ ਰੇਖਾ ਹੈ, ਸੀ ਡੀ, ਇੱਥੇ ਆਪਾਂ ਡੀ ਲਿਖ ਲੈਂਦੇ ਹਾਂ, ਸੀ ਡੀ, ਠੀਕ ਹੈ। ਤੋ ਅਸੀਂ ਕਹਿ ਸਕਦੇ ਹਾਂ ਕਿ ਕੋਣ 4 ਤੇ ਕੋਣ 3 ਕੋਣ 1, ਇਹ ਦੋਨੋਂ ਕੋਣ ਜਿਹੜੇ ਉਹ ਸਿਖਰ ਸਨਮੁਖ ਕੋਣ ਨੇ। ਇਹਦੇ ਵਿੱਚ ਹੋਰ ਕੋਈ ਵੀ ਕੋਣਾਂ ਦਾ ਜੋੜਾ ਜਿਹੜਾ ਸਿਖਰ ਸਨਮੁਖ ਕੋਣਾਂ ਦਾ ਜੋੜਾ ਨਹੀਂ ਲੱਗ ਰਿਹਾ, ਠੀਕ ਹੈ। ਤੋ ਕੋਣ 1 ਤੇ ਕੋਣ 4 ਜਿਹੜੇ ਉਹ ਸਿਖਰ ਸਨਮੁਖ ਕੋਣ ਨੇ। ਤੋ ਇਹਦੇ ਵਿੱਚ ਜਿਹੜਾ ਵਰਟੀਕਲੀ ਆਪੋਜ਼ਿਟ ਐਂਗਲ, ਠੀਕ ਹੈ, ਇਹ ਸਾਡੇ ਕੋਲ ਇਹ ਉੱਤਰ ਹੈ ਜਿਹੜਾ ਬਿਲਕੁਲ ਇਹਦਾ ਸਹੀ ਹੈ, 1 ਅਤੇ 4। ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਤਾਂ ਜਿਹੜਾ ਸਾਡੇ ਕੋਲ ਕੋਣ ਇਹਦੇ ਵਿੱਚ 5 ਤੇ 1 ਨੇ, ਇਹ ਰੇਖੀ ਜੋੜਾ ਹੈ, ਲੀਨੀਅਰ ਪੇਅਰ ਹੈ। 1 ਅਤੇ 5 ਦਾ ਜਿਹੜਾ ਜੋੜ ਹੈ ਉਹ ਸਾਡੇ ਕੋਲ 180 ਡਿਗਰੀ ਬਣੇਗਾ, ਠੀਕ ਹੈ। ਇਸੇ ਤਰ੍ਹਾਂ ਕੋਣ 4 ਤੇ ਕੋਣ 5 ਇਹ ਵੀ ਰੇਖੀ ਜੋੜਾ ਬਣਾਉਂਦਾ ਹੈ, ਠੀਕ ਹੈ। ਇਹਨਾਂ ਦਾ ਜਿਹੜਾ ਜੋੜ ਹੈ ਉਹ ਵੀ 180 ਡਿਗਰੀ ਬਣੇਗਾ, ਠੀਕ ਹੈ। ਪਰ ਵਰਟੀਕਲੀ ਆਪੋਜ਼ਿਟ ਐਂਗਲ ਉਹ ਸਾਡੇ ਕੋਲ ਸਿਰਫ 1 ਤੇ 4 ਹਨ ਇਹਦੇ ਵਿੱਚ, ਠੀਕ ਹੈ। ਤੋ ਇਸ ਤਰ੍ਹਾਂ ਇਹ ਸਾਡੇ ਕੋਲ 20 ਕੁਐਸਚਨ ਜਿਹੜੇ ਆਪਾਂ ਇੱਕ ਇੱਕ ਕਰਕੇ ਸਾਰੇ ਜਿਹੜੇ ਸਮਝੇ ਨੇ, ਹੱਲ ਕੀਤੇ ਨੇ। ਮੈਨੂੰ ਉਮੀਦ ਹੈ ਕਿ ਹਰ ਇੱਕ ਸਵਾਲ ਨੂੰ ਤੁਸੀਂ ਬਹੁਤ ਚੰਗੇ ਢੰਗ ਦੇ ਨਾਲ ਦੇਖਿਆ ਵੀ ਹੋਏਗਾ ਤੇ ਨੋਟ ਵੀ ਕੀਤਾ ਹੋਏਗਾ। ਬਹੁਤ ਇੰਪੋਰਟੈਂਟ ਸਵਾਲ ਨੇ, ਇਹਨਾਂ ਨੂੰ ਇੱਕ ਵਾਰ, ਦੋ ਵਾਰ, ਬਾਰ-ਬਾਰ ਦੇਖੋ ਤਾਂ ਕਿ ਇਹਨਾਂ ਦੇ ਵਿੱਚ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ। ਇਸੇ ਢੰਗ ਦੇ ਜਿਹੜੇ ਸਵਾਲ ਹੈ ਇਹਦੇ ਨਾਲ ਰਲਦੇ ਮਿਲਦੇ ਜਿਹੜੇ ਸਵਾਲ ਨੇ ਉਹ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾਣਗੇ, ਠੀਕ ਹੈ ਸਟੂਡੈਂਟਸ। तो ਅੱਜ ਦੇ ਲਈ ਇੰਨਾ ਹੀ, ਫਿਰ ਅਗਲੀ ਵੀਡੀਓ 'ਚ ਮਿਲਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।